ਰਵੀ ਤੇ ਸ਼ੋਭਾ ਦਾ ਨਵਾਂ ਵਿਆਹ ਹੋਇਆ ਸੀ। ਕੰਮ ਵਾਲੀ ਬਾਈ ਸ਼ੀਲਾ ਦੇ ਕਾਰਨ ਉਹਨਾਂ ਨੂੰ ਪ੍ਰਾਈਵੇਸੀ ਨਹੀਂ ਮਿਲ ਰਹੀ ਸੀ। ਦਰਅਸਲ ਰਵੀ ਜਦੋਂ ਕਾਲਜ ਵਿੱਚ ਸੀ ਤਦ ਹੀ ਰਵੀ ਦੀ ਮਾਂ ਉਸ ਨੂੰ ਤੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਸੀ। ਇੱਕ ਕੰਮ ਵਾਲੀ ਬਾਈ ਸੀ ਸ਼ੀਲਾ, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਘਰ ਦਾ ਸਾਰਾ ਕੰਮ ਕਰਦੀ ਤੇ ਸਾਰਿਆਂ ਦਾ ਖਿਆਲ ਰੱਖਦੀ ਸੀ। ਰਵੀ ਦੇ ਪਿਤਾ ਪ੍ਰਾਇਮਰੀ ਸਕੂਲ ਦੇ ਰਿਟਾਇਰ ਪ੍ਰਿੰਸੀਪਲ ਸੀ। ਉਹ ਵੀ ਪੂਰਾ ਦਿਨ ਘਰ ਵਿੱਚ ਹੀ ਰਹਿੰਦੇ ਸੀ। ਸ਼ੀਲਾ ਬਾਈ ਦਾ ਦਿਨ ਭਰ ਘਰ ਵਿੱਚ ਰਹਿਣਾ ਉਹਨਾਂ ਦੀ ਪ੍ਰਾਈਵੇਸੀ ਵਿੱਚ ਅੜਚਨ ਜਿਹੀ ਲੱਗਦਾ ਸੀ। ਸ਼ੋਭਾ ਨੇ ਸ਼ੀਲਾ ਬਾਈ ਨੂੰ ਅਖੀਰ ਵਿੱਚ ਇੱਕ ਦਿਨ ਬੋਲ ਹੀ ਦਿੱਤਾ, ਸ਼ੀਲਾ ਹੁਣ ਮੈਂ ਆ ਗਈ ਹਾਂ ਸਾਰਿਆਂ ਦਾ ਖਿਆਲ ਰੱਖਣ ਦੇ ਲਈ, ਤੂੰ ਸਿਰਫ ਸਵੇਰੇ ਤੇ ਸ਼ਾਮ ਨੂੰ ਕੰਮ ਕਰਨ ਆਇਆ ਕਰ। ਸ਼ੀਲਾ ਨੇ ਕਿਹਾ ਠੀਕ ਹੈ ਮੇਮ ਸਾਹਿਬ। ਉਸ ਦਿਨ ਤੋਂ ਬਾਅਦ ਸ਼ੀਲਾ ਬਾਈ ਸਵੇਰੇ ਖਾਣਾ ਖਾਣ ਤੋਂ ਬਾਅਦ ਕੱਪੜੇ ਧੋਣ ਤੇ ਪੋਚਾ ਕਰਨ ਤੋਂ ਬਾਅਦ ਚਲੇ ਜਾਂਦੀ ਸੀ ਤੇ ਵਾਪਸ ਸ਼ਾਮ ਨੂੰ ਆ ਕੇ ਖਾਣਾ ਬਣਾਉਂਦੀ। ਸ਼ੀਲਾ ਬਾਈ ਦੀ ਦੁਪਹਿਰ ਦੀ ਗੈਰ ਹਾਜ਼ਰੀ ਵਿੱਚ ਕਈ ਛੋਟੇ-ਮੋਟੇ ਕੰਮ ਦਿਖਾਈ ਦੇਣ ਲੱਗ ਜਾਂਦੇ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਕੰਮ ਰਵੀ ਦੇ ਪਿਤਾ ਇਹ ਸੋਚ ਕੇ ਕਰ ਦਿੰਦੇ ਸੀ ਕਿ ਨੂੰਹ ਦੀ ਮਦਦ ਹੋ ਜਾਵੇਗੀ, ਪਰ ਨੂੰਹ ਸੋਚਦੀ ਸੀ ਕਿ ਸਹੁਰਾ ਜੀ ਨੂੰ ਔਰਤਾਂ ਦੇ ਕੰਮਾਂ ਵਿੱਚ ਦਖਲ ਦੇਣ ਦੀ ਆਦਤ ਹੈ। ਉਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਤੇ ਨਾ ਹੀ ਸਹੁਰੇ ਦਾ ਘਰ ਵਿੱਚ ਰਹਿਣਾ ਤੇ ਨਾ ਹੀ ਵਿੱਚ ਕੰਮ ਕਰਨਾ। ਉਸ ਦੇ ਦਿਮਾਗ ਵਿੱਚ ਕੁਝ ਗੱਲਾਂ ਚੱਲਦੀਆਂ ਰਹਿੰਦੀਆਂ ਸੀ। ਇੱਕ ਦਿਨ ਮੌਕਾ ਦੇਖ ਕੇ ਸ਼ੋਭਾ ਨੇ ਰਵੀ ਨੂੰ ਕਿਹਾ, ਕਿਉਂ ਨਾ ਆਪਾਂ ਡੈਡੀ ਜੀ ਨੂੰ ਬਿਰਧ ਆਸ਼ਰਮ ਦੇ ਵਿੱਚ ਭੇਜ ਦਈਏ। ਸਿਰਫ ਇੱਕ ਵਾਰ ਪੈਸਾ ਭਰਨਾ ਪਵੇਗਾ ਤੇ ਉਹਨਾਂ ਨੂੰ ਵੀ ਹਮ ਉਮਰ ਲੋਕਾਂ ਦਾ ਸਾਥ ਮਿਲ ਜਾਵੇਗਾ। ਮਾਂ ਦੇ ਜਾਣ ਮਗਰੋਂ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੁੰਦਾ ਹੋਵੇਗਾ ਤੇ ਉਹ ਕਿਤੇ ਘੁੰਮਣ ਵੀ ਨਹੀਂ ਜਾਂਦੇ। ਨਾਲੇ ਆਪਾਂ ਨੂੰ ਵੀ ਆਪਣੀ ਪ੍ਰਾਈਵੇਸੀ ਬਾਰੇ ਜ਼ਿਆਦਾ ਸੋਚਣਾ ਨਹੀਂ ਪਵੇਗਾ। ਰਵੀ ਨੇ ਸ਼ੋਭਾ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਪਰ ਡੈਡੀ ਜੀ ਨੂੰ ਸਭ ਸਮਝ ਆ ਚੁੱਕਾ ਸੀ। ਕਈ ਦਿਨ ਐਦਾਂ ਹੀ ਰਿਹਾ ਤੇ ਫਿਰ ਡੈਡੀ ਜੀ ਆਪਣੇ ਦੋਸਤਾਂ ਦੇ ਨਾਲ ਹਫ਼ਤੇ ਦੇ ਲਈ ਟੂਰ ਤੇ ਚਲੇ ਗਏ। ਇਤਫਾਕ ਨਾਲ ਇਸੇ ਦੌਰਾਨ ਸ਼ੀਲਾ ਬਾਈ ਵੀ ਛੁੱਟੀ ਤੇ ਸੀ। ਫਿਰ ਕੀ ਸੀ, ਸ਼ੋਭਾ ਨੂੰ ਜਿੱਦਾਂ ਦਾ ਸਮਾਂ ਚਾਹੀਦਾ ਸੀ ਉਹ ਮਿਲਣ ਲੱਗ ਪਿਆ। ਹੁਣ ਰਵੀ ਰੈਸਟੋਰੈਂਟ ਵਿੱਚ ਖਾਣਾ ਖਾ ਲੈਂਦਾ ਤੇ ਸ਼ੋਭਾ ਦਾ ਕੰਮ ਆਮਲੇਟ, ਬ੍ਰੈਡ ਤੇ ਮੈਗੀ ਬਣਾ ਕੇ ਹੀ ਚੱਲ ਜਾਂਦਾ। ਉਸ ਨੂੰ ਹੁਣ ਖਾਣਾ ਬਣਾਉਣ ਦੀ ਟੈਨਸ਼ਨ ਨਹੀਂ ਸੀ, ਪਰ ਘਰ ਵਿੱਚ ਨਿਕਲਣ ਵਾਲੇ ਸਾਰੇ ਕੰਮ ਤਾਂ ਹੁਣ ਵੀ ਕਰਨੇ ਪੈਣੇ ਸੀ। ਸਹੁਰਾ ਜੀ ਦੀ ਗੈਰ ਹਾਜ਼ਰੀ ਵਿੱਚ ਸ਼ੋਭਾ ਨੂੰ ਅਹਿਸਾਸ ਹੋਇਆ ਕਿ ਡੈਡੀ ਜੀ ਬਿਨਾਂ ਕਹੇ ਜੋ ਕੰਮ ਕਰਦੇ ਸੀ ਉਹਨਾਂ ਨਾਲ ਉਸ ਨੂੰ ਕਿੰਨਾ ਫਰਕ ਪੈਂਦਾ ਹੈ। ਛੋਟੇ-ਮੋਟੇ ਲੱਗਣ ਵਾਲੇ ਕੰਮਾਂ ਵਿੱਚ ਵੀ ਕਾਫੀ ਸਮਾਂ ਤੇ ਐਨਰਜੀ ਲੱਗਦੀ ਹੈ। ਕੁਝ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਰਵੀ ਸ਼ੋਭਾ ਨੂੰ ਕਹਿੰਦਾ ਹੈ ਕਿ ਚਲੋ ਅੱਜ ਆਪਾਂ ਕਿੱਥੇ ਬਾਹਰ ਘੁੰਮ ਕੇ ਆਉਂਦੇ ਹਾਂ। ਸ਼ੋਭਾ ਬੜੀ ਸੱਜ ਧੱਜ ਕੇ ਖੁਸ਼ੀ-ਖੁਸ਼ੀ ਬਾਹਰ ਘੁੰਮਣ ਲਈ ਤਿਆਰ ਹੋ ਜਾਂਦੀ ਹੈ। ਰਵੀ ਸ਼ੋਭਾ ਨੂੰ ਆਪਣੇ ਘਰ ਤੋਂ 4 ਕਿਲੋਮੀਟਰ ਕਿਸੇ ਦੂਸਰੇ ਮਕਾਨ ਵਿੱਚ ਲੈ ਜਾਂਦਾ ਹੈ। ਇੱਕ ਆਦਮੀ ਰਵੀ ਦੇ ਹੱਥਾਂ ਵਿੱਚ ਚਾਬੀ ਦਿੰਦਾ ਹੈ। ਰਵੀ ਚਾਬੀ ਨੂੰ ਲੈ ਕੇ ਉਸ ਮਕਾਨ ਦਾ ਦਰਵਾਜ਼ਾ ਖੋਲ੍ਹਦਾ ਹੈ। ਉਸ ਤੋਂ ਬਾਅਦ ਰਵੀ ਸ਼ੋਭਾ ਨੂੰ ਇੱਕ ਛੋਟੇ ਜਿਹੇ ਹਨੇਰੇ ਜਿਹੇ ਕਮਰੇ ਵਿੱਚ ਲੈ ਜਾਂਦਾ ਹੈ ਤੇ ਪੁੱਛਦਾ ਹੈ ਕਿੱਦਾਂ ਦਾ ਲੱਗਾ ਆਪਣਾ ਨਵਾਂ ਘਰ। ਰਵੀ ਕਹਿੰਦਾ ਹੈ ਕਿ ਆਪਾਂ ਅਗਲੇ ਮਹੀਨੇ ਹੀ ਇਸ ਮਕਾਨ ਨੂੰ ਕਿਰਾਏ ਤੇ ਲੈ ਲਵਾਂਗੇ ਤੇ ਆਪਣੀ ਪ੍ਰਾਈਵੇਸੀ ਦਾ ਮਜ਼ਾ ਲਵਾਂਗੇ। ਹੁਣ ਮੇਰੀ ਆਮਦਨੀ ਦੇ ਹਿਸਾਬ ਨਾਲ ਤਾਂ ਮੈਂ ਇਹ ਘਰ ਹੀ ਖਰੀਦ ਸਕਦਾ ਸੀ। ਰਵੀ ਦਾ ਇਹ ਵਿਵਹਾਰ ਸ਼ੋਭਾ ਦੀ ਸਮਝ ਵਿੱਚ ਨਹੀਂ ਆਇਆ। ਉਹ ਹੈਰਾਨੀ ਨਾਲ ਕਹਿੰਦੀ ਹੈ ਕਿ ਆਪਣੇ ਕੋਲ ਇੰਨਾ ਵੱਡਾ ਘਰ ਹੈ ਤਾਂ ਫਿਰ ਕਿਰਾਏ ਦੇ ਘਰ ਵਿੱਚ ਕਿਉਂ ਰਹਿਣਾ ਆਪਾਂ। ਰਵੀ ਉਸ ਨੂੰ ਟੋਕਦੇ ਹੋਏ ਕਹਿੰਦਾ ਹੈ, ਸੋਚ ਸਮਝ ਕੇ ਬੋਲਿਆ ਕਰ, ਉਹ ਆਪਣਾ ਘਰ ਨਹੀਂ ਹੈ, ਉਹ ਤਾਂ ਡੈਡੀ ਜੀ ਦਾ ਘਰ ਹੈ। ਤੇਰੇ ਕੋਲ 1 ਮਹੀਨਾ ਹੈ ਸੋਚਣ ਦੇ ਲਈ ਕਿ ਤੈਨੂੰ ਅੱਗੇ ਕੀ ਕਰਨਾ ਹੈ। ਫਿਰ ਉਹ ਦੋਨੋਂ ਉੱਥੋਂ ਵਾਪਸ ਆ ਜਾਂਦੇ ਹੈ। ਪੂਰੇ ਰਸਤੇ ਵਿੱਚ ਸ਼ੋਭਾ ਦੇ ਦਿਮਾਗ ਵਿੱਚ ਤਰ੍ਹਾਂ ਦੇ ਵਿਚਾਰ ਚੱਲ ਰਹੇ ਸੀ। ਘਰ ਪਹੁੰਚਦੇ ਹੀ ਉਸਨੇ ਰਵੀ ਨੂੰ ਕਿਹਾ, ਮੰਨਿਆ ਕਿ ਇਹ ਘਰ ਡੈਡੀ ਜੀ ਦਾ ਹੈ, ਪਰ ਕੀ ਇਸ ਘਰ ਤੇ ਆਪਣਾ ਕੋਈ ਹੱਕ ਨਹੀਂ ਹੈ। ਰਵੀ ਨੇ ਕਿਹਾ, ਬਿਲਕੁਲ ਹੈ, ਪਰ ਡੈਡੀ ਜੀ ਦੇ ਬਾਅਦ। ਜਦੋਂ ਤੱਕ ਉਹ ਹੈ ਉਦੋਂ ਤੱਕ ਤਾਂ ਨਹੀਂ। ਅਗਰ ਤੈਨੂੰ ਹੱਕ ਸਮਝ ਵਿੱਚ ਆਉਂਦਾ ਹੈ ਤਾਂ ਤੈਨੂੰ ਜ਼ਿੰਮੇਵਾਰੀਆਂ ਵੀ ਸਮਝ ਵਿੱਚ ਆਉਣੀਆਂ ਚਾਹੀਦੀਆਂ ਹਨ। ਸਿਰਫ ਹੱਕ ਦੇ ਬਾਰੇ ਸੋਚ ਕੇ ਤੇ ਆਪਣੀ ਜ਼ਿੰਮੇਵਾਰੀ ਨੂੰ ਭੁਲਾ ਕੇ ਸਵਾਰਥੀ ਹੋਣਾ ਕੀ ਚੰਗਾ ਹੁੰਦਾ ਹੈ। ਡੈਡੀ ਜੀ ਮੇਰਾ ਪਰਿਵਾਰ ਹੈ, ਉਹਨਾਂ ਬਿਨਾਂ ਸਾਡਾ ਪਰਿਵਾਰ ਅਧੂਰਾ ਹੈ। ਸ਼ੋਭਾ ਦੇ ਕੋਲ ਰਵੀ ਦੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ।
ਰਵੀ ਦੀਆਂ ਇੰਨੀਆਂ ਗੱਲਾਂ ਨੇ ਸ਼ੋਭਾ ਦੀਆਂ ਅੱਖਾਂ ਖੋਲ ਦਿੱਤੀਆਂ। ਉਹ ਸੋਚ ਰਹੀ ਸੀ ਕਿ ਕੁਝ ਪਲਾਂ ਦੇ ਸੁੱਖ ਦੇ ਸਵਾਰਥ ਵਿੱਚ ਉਹ ਇੰਨਾ ਥੱਲੇ ਡਿੱਗ ਗਈ ਕਿ ਉਹ ਘਟੀਆ ਸੋਚ ਰਹੀ ਸੀ। ਉਸ ਨੂੰ ਮਨ ਹੀ ਮਨ ਪਛਤਾਵਾ ਹੋਣ ਲੱਗ ਪਿਆ। ਸ਼ੋਭਾ ਰਵੀ ਨੂੰ ਬੋਲੀ, ਮੈਨੂੰ ਮਾਫ ਕਰ ਦਿਓ, ਮੈਂ ਸੱਚੀ ਸਵਾਰਥੀ ਹੋ ਗਈ ਸੀ, ਮੇਰੇ ਕੋਲ ਗਲਤੀ ਹੋ ਗਈ। ਰਵੀ ਬੋਲਿਆ, ਤੈਨੂੰ ਪਛਤਾਵਾ ਹੋਇਆ, ਮੇਰੇ ਲਈ ਇਹ ਕਾਫੀ ਹੈ, ਮੈਂ ਤੇਰੇ ਨਾਲ ਨਾਰਾਜ਼ ਨਹੀਂ ਹਾਂ। ਬੇਟੇ ਤੇ ਨੂੰਹ ਦੀ ਇਹ ਗੱਲ ਰਵੀ ਦੇ ਪਿਤਾ ਜੀ ਦਰਵਾਜ਼ੇ ਤੇ ਖੜੇ ਸੁਣ ਰਹੇ ਸੀ। ਬੇਟੇ ਦੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ ਭਰ ਗਈਆਂ। ਉਸ ਨੇ ਦਰਵਾਜ਼ਾ ਖੜਕਾਇਆ ਤੇ ਨੂੰਹ ਨੇ ਦਰਵਾਜ਼ਾ ਖੋਲ੍ਹਿਆ। ਰਵੀ ਦੇ ਪਿਤਾ ਜੀ ਦੇ ਹੱਥਾਂ ਵਿੱਚ ਫੜੀ ਥੈਲੀ ਵਿੱਚੋਂ ਗਰਮ-ਗਰਮ ਜਲੇਬੀ ਤੇ ਕਚੌੜੀ ਦੀ ਸੁਗੰਧ ਉਸ ਨੂੰ ਆਉਣ ਲੱਗ ਪਈ। ਸਹੁਰੇ ਨੇ ਆਪਣੀ ਨੂੰਹ ਨੂੰ ਕਿਹਾ, ਇਹ ਰਾਮੂ ਹਲਵਾਈ ਦੀ ਦੁਕਾਨ ਤੋਂ ਲੈ ਕੇ ਆਇਆ ਹਾਂ, ਤੈਨੂੰ ਤਾਂ ਪਸੰਦ ਹੈ ਨਾ ਸ਼ੋਭਾ? ਸ਼ੋਭਾ ਨੂੰ ਆਪਣੇ ਸਹੁਰੇ ਦੇ ਪ੍ਰਤੀ ਵਿਚਾਰ ਤੇ ਉਹਨਾਂ ਪ੍ਰਤੀ ਪਿਆਰ ਦੋਨੋਂ ਦਾ ਫਰਕ ਸਮਝ ਆਉਣ ਤੇ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ। ਸੋ ਦੋਸਤੋ, ਇਨਸਾਨੀ ਦਿਮਾਗ ਵਿੱਚ ਦਿਨ ਭਰ ਹਜ਼ਾਰਾਂ ਵਿਚਾਰ ਆਉਂਦੇ ਹਨ, ਕੁਝ ਚੰਗੇ ਤੇ ਕੁਝ ਬੁਰੇ, ਪਰ ਕਿਸੇ ਵੀ ਵਿਚਾਰ ਨੂੰ ਸ਼ਬਦਾਂ ਵਿੱਚ ਪਰਿਵਰਤਨ ਕਰਨ ਤੋਂ ਪਹਿਲਾਂ ਇਸ ਨੂੰ ਸੋਚਣਾ ਸਮਝਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸਾਨੂੰ ਸਾਡੇ ਬਜ਼ੁਰਗ ਬੋਝ ਲੱਗਦੇ ਹਨ ਕਿਉਂਕਿ ਅਸੀਂ ਸਵਾਰਥੀ ਹੋ ਜਾਂਦੇ ਹਾਂ ਤੇ ਉਹਨਾਂ ਦੇ ਯੋਗਦਾਨ ਨੂੰ ਹੀ ਨਹੀਂ ਸਮਝ ਪਾਉਂਦੇ, ਜਦ ਕਿ ਸੱਚ ਤਾਂ ਇਹ ਹੈ ਕਿ ਬਜ਼ੁਰਗ ਸਾਡੇ ਜੀਵਨ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦੇ ਹਨ। ਸੋ ਦੋਸਤੋ, ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।